ब्रिटिश के प्रधानमंत्री भारत दौरे ते आए थे, जिस दौरान देश के प्रधानमंत्री नरेंद्र मोदी के नाल उन्होंने मुलाकात की। आखिर इस मुलाकात दे विच किहड़ी गलबात हुई है? बरतानवी प्रधानमंत्री बोरिस जॉनसन अजकल भारत के दौरे ते आए हुए ने। 2 दिन पहला वो गुजरात गए, जिथे उन्होंने कई ਵੱਡੇ ਘਰਾਣਿਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ। ਆਪਣੀ ਤੈਅ ਨੀਤੀ ਮੁਤਾਬਕ ਕੱਲ੍ਹ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਮਿਲੇ। ਕਾਫੀ ਦੇਰ ਗੱਲਬਾਤ ਹੋਈ। ਇਸ ਗੱਲਬਾਤ ਦੇ ਵਿੱਚ ਕੁਝ ਖਾਸ ਗੱਲਾਂ ਵੱਲ ਧਿਆਨ ਦਿੱਤਾ ਗਿਆ। ਪਹਿਲੀ ਕਿ ਅਸੀਂ ਜਿਹੜਾ ਊਰਜਾ ਬਿਜਲੀ ਹੈ, ਇਸ ਮਾਮਲੇ ਦੇ ਵਿੱਚ ਦੋਨੇ ਮੁਲਕ ਇਕੱਠੇ ਹੋ ਕੇ ਚੱਲਾਂਗੇ। ਰੱਖਿਆ ਦੇ ਮਾਮਲੇ ਦੇ ਵਿੱਚ ਜੋ ਸਾਜੋ ਸਮਾਨ ਭਾਰਤ ਨੂੰ ਬਰਤਾਨੀਆ ਤੋਂ ਚਾਹੀਦਾ ਹੋਵੇਗਾ, ਉਹ ਬਕਾਇਦਾ ਤੌਰ ਤੇ ਅਸੀਂ ਭਾਰਤ ਨੂੰ ਦੇਣ ਨੂੰ ਤਿਆਰ ਹੈ। ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਤੇ ਹਲੇ ਵੀ ਸੱਸੋਪੰਜ ਲਗਾਤਾਰ ਬਰਕਰਾਰ ਹੈ ਤੇ ਕਾਂਗਰਸ ਦੀ ਵਿਸ਼ੇਸ਼ ਕਮੇਟੀ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ। ਉਹਨਾਂ ਨੇ ਅਧਿਕਾਰ ਸਾਰੇ ਸੋਨੀਆ ਗਾਂਧੀ ਨੂੰ ਦਿੱਤੇ ਨੇ ਜੀ। ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ, ਉਹ 2014 ਦੇ ਵਿੱਚ ਨੀਤੀ ਘਾੜਾ ਸੀਗਾ ਨਰਿੰਦਰ ਮੋਦੀ ਸਾਹਿਬ ਦਾ। ਫਿਰ ਉਹ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਫੜ ਲਿਆਏ। ਬੀਬੀ ਮਮਤਾ ਬੈਨਰਜੀ ਦਾ ਵੀ ਨੀਤੀ ਘਾੜਾ ਉਹੀ ਸੀ। ਕਿ ਜਿਹੜਾ ਇਹ ਨੀਤੀ ਘਾੜਾ ਹੈਗਾ, ਕਿਤੇ ਇਹ ਤਾਂ ਨਹੀਂ ਹੈ ਕਿ ਦੂਜੀਆਂ ਪਾਰਟੀਆਂ ਵੱਲੋਂ ਜਾਂ ਨਰਿੰਦਰ ਮੋਦੀ ਸਾਹਿਬ ਵੱਲੋਂ ਕਾਂਗਰਸ ਦੇ ਵਿੱਚ ਵਾੜਿਆ ਜਾਵੇ ਕਿ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਸਲਾਹਾਂ ਦੇ ਕਿ ਤੀਜੀ ਵਾਰ ਕਾਂਗਰਸ ਦਾ 24 ਦੇ ਵਿੱਚ ਫਿਰ ਪੱਠਾ ਬਹਿ ਜਾਵੇ। ਇਹ ਕਾਂਗਰਸੀ ਆਗੂਆਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਕਿ ਕਿਤੇ ਇਹ ਕਦਮ ਦੀ ਸਲਾਹ ਅਸੀਂ ਦੇਤੀ ਉਹਦਾ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ਉਹ ਸਾਰੇ ਦਾ ਸਾਰਾ ਜਿਹੜਾ ਪ੍ਰਧਾਨ ਬੀਬੀ ਸੋਨੀਆ ਗਾਂਧੀ ਤੇ ਛੱਡ ਦਿੱਤਾ ਗਿਆ ਕਿ ਤੁਸੀਂ ਆਪ ਦਾ फैसला आप कर लियो, प्रशांत किशोर ਨੂੰ ਨਾਲ ਰੱਖਣਾ ਹੈ, ਸ਼ਾਮਲ ਕਰਾਉਣਾ ਹੈ ਜਾਂ ਨਹੀਂ। ਰਾਜਾ ਵੜਿੰਗ ਦੇ ਵੱਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਗਿਆ। ਉੱਥੇ ਦੇਖਿਆ ਜਾ ਰਿਹਾ ਕਿ ਸੀਬੀਆਈ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਟਾਰਗੇਟ ਕੀਤਾ, ਨਿਸ਼ਾਨਾ ਲਗਾਇਆ। ਉਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰਧਾਨਗੀ ਦਾ ਅਹੁਦਾ ਉਹ ਚੰਗੀ ਤਰੀਕੇ ਦੇ ਨਾਲ ਨਹੀਂ ਸੰਭਾਲਿਆ ਸੀ। ਸਿੱਧੂ ਸਾਹਿਬ ਨੂੰ ਦੂਜਿਆਂ ਤੇ ਥੋੜੀ ਜਿਹੀ ਚਾਂਦਮਾਰੀ ਕਰਨ ਤੋਂ ਪਹਿਲਾਂ ਆਪ ਦਾ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਹੈ। ਮੈਂ ਹਰ ਵਾਰ ਕਹਿੰਦਾ ਕਿ ਉਹ ਇਮਾਨਦਾਰ ਹੈ, ਉਹਦੇ ਤੇ ਕੋਈ ਇਲਜ਼ਾਮ ਨਹੀਂ ਕਿ ਇਹ ਜ਼ਰੂਰੀ ਹੁੰਦਾ ਵੀ ਇਕੱਲਾ ਬੰਦਾ ਆਪ ਇਮਾਨਦਾਰ ਹੋਵੇ। ਡਾਕਟਰ ਮਨਮੋਹਨ ਸਿੰਘ ਤੇ ਤੁਸੀਂ ਇੱਕ ਵੀ ਸਵਾਲ ਚੱਕ ਕੇ ਦਿਖਾਓ ਕਿ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਕੀਤਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਸਾਰਿਆਂ ਨਾਲ ਆਡਾ ਲਾ ਲਿਆ। ਰਾਜਾ ਵੜਿੰਗ ਤਾਂ ਉਹਦਾ ਖਸਮ ਖਾਸ ਸੀ। ਜੇ ਉੱਥੇ ਅੱਧਾ ਘੰਟਾ ਹੋਰ ਬਹਿ ਜਾਂਦਾ, ਆ ਜਿਹੜੇ ਮੁੱਦੇ ਅੱਜ ਬਣੇ ਨੇ ਨਾ ਬਣਦੇ। ਜਾਂ ਤਾਂ ਫਿਰ ਸਿੱਧੂ ਸਾਹਿਬ ਮੈਦਾਨ ਛੱਡ ਕੇ ਇਕੱਲੇ ਆ ਜਾਣ ਕਿ ਭਾਈ ਮੇਰੀ ਆਹ ਲਕੀਰਾਂ, ਆਹ ਮੇਰੇ ਅਸੂਲ ਨੇ, ਜਿਹੜੇ ਬੰਦੇ ਨੇ ਇਹਨਾਂ ਅਸੂਲਾਂ ਤੇ ਕੰਮ ਕਰਨਾ ਹੈ ਉਹ ਮੇਰੀ ਪਾਰਟੀ 'ਚ ਆਓ, ਨਹੀਂ ਤਾਂ ਨਾ ਆਓ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ब्रिटिश के प्रधानमंत्री की मीटिंग हुई है, मुलाकात हुई है। उस मुलाकात के आखिर की कुछ गलबात हुई है, उससे चर्चा करांगे ते नाल ही गलबात करांगे कांग्रेस पार्टी नूं लैके कि प्रशांत किशोर की कांग्रेस च शमूलीयत ते 605 हले भी जारी है। इससे चर्चा करांगे ते नाल ही गलबात करांगे कि सीबीआई के वल्लों बयान दिता गया कि सिद्धू ने प्रधानगी की जिम्मेवारी ओह नहीं निभाई है। इस तो इलावा होर भी कई अहम मुद्दे ने जिन्हां ते चर्चा करांगे। इन्हां सारे मुद्दों ते गलबात करने साडे नाल स्टूडियो च मौजूद ने सीनियर एडिटर जसपाल सिंह ढिल्लों जी। सब तो पहला असीं उन्हां दा स्वागत करते हैं। ढिल्लों जी, तुहाडा बहुत बहुत स्वागत है जी। शुक्रिया जी, बहुत मेहरबानी जी। ढिल्लों जी, ब्रिटिश के प्रधानमंत्री भारत दौरे ते आए थे, जिस दौरान देश के प्रधानमंत्री नरेंद्र मोदी के नाल उन्होंने मुलाकात की। आखिर इस मुलाकात दे विच किहड़ी गलबात हुई है? बरतानवी प्रधानमंत्री बोरिस जॉनसन अजकल भारत के दौरे ते आए हुए ने। 2 दिन पहला वो गुजरात गए, जिथे उन्होंने कई ਵੱਡੇ ਘਰਾਣਿਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕੀਤੀ। ਆਪਣੀ ਤੈਅ ਨੀਤੀ ਮੁਤਾਬਕ ਕੱਲ੍ਹ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਮਿਲੇ। ਕਾਫੀ ਦੇਰ ਗੱਲਬਾਤ ਹੋਈ। ਇਸ ਗੱਲਬਾਤ ਦੇ ਵਿੱਚ ਕੁਝ ਖਾਸ ਗੱਲਾਂ ਵੱਲ ਧਿਆਨ ਦਿੱਤਾ ਗਿਆ। ਪਹਿਲੀ ਕਿ ਅਸੀਂ ਜਿਹੜਾ ਊਰਜਾ ਬਿਜਲੀ ਹੈ, ਇਸ ਮਾਮਲੇ ਦੇ ਵਿੱਚ ਦੋਨੇ ਮੁਲਕ ਇਕੱਠੇ ਹੋ ਕੇ ਚੱਲਾਂਗੇ।
ਰੱਖਿਆ ਦੇ ਮਾਮਲੇ ਦੇ ਵਿੱਚ ਜੋ ਸਾਜੋ ਸਮਾਨ ਭਾਰਤ ਨੂੰ ਬਰਤਾਨੀਆ ਤੋਂ ਚਾਹੀਦਾ ਹੋਵੇਗਾ ਉਹ ਬਕਾਇਦਾ ਤੌਰ ਤੇ ਅਸੀਂ ਭਾਰਤ ਨੂੰ ਦੇਣ ਨੂੰ ਤਿਆਰ ਹਾਂ। ਦੁਵੱਲੀਆਂ ਗੱਲਾਂ ਹੋਈਆਂ ਨੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵਪਾਰਕ ਰਿਸ਼ਤੇ ਵੀ ਆਪਸ ਵਿੱਚ ਤੇ ਅਸੀਂ ਹੋਰ ਮਜ਼ਬੂਤੀ ਨਾਲ ਕਰਾਂਗੇ। ਜ਼ਰੂਰ ਕਰੋ। ਯੂਕਰੇਨ ਵਿਵਾਦ ਦੇ ਵਿੱਚ ਉਹਨਾਂ ਨੇ ਆਖਿਆ ਕਿ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਇਆ ਜਾਵੇ। ਅਸੀਂ ਆਪ ਦੀ ਭੂਮਿਕਾ ਅਦਾ ਕਰਨ ਨੂੰ ਤਿਆਰ ਹਾਂ। ਅਗਲੀ ਗੱਲ, ਸਾਡੇ ਵੱਲੋਂ ਇੱਕ ਮੁੱਦਾ ਰੱਖਿਆ ਗਿਆ ਕਿ ਜਿਹੜੇ ਖਾਲਿਸਤਾਨੀ ਸਮਰਥਕ ਉੱਥੇ ਬੈਠੇ ਨੇ ਉਹਨਾਂ ਤੇ ਸਖਤੀ ਕੀਤੀ ਜਾਵੇ। ਮੈਨੂੰ ਗੱਲ ਸਮਝ ਨਹੀਂ ਕਿ ਇਹ ਇਸ ਤਰ੍ਹਾਂ ਦਾ ਜਿਹੜਾ ਕਿਹਾ ਕਹਿਤਾ, ਪਰ ਖਾਲਿਸਤਾਨ ਨੂੰ ਤਾਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਕੋਈ ਜੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕੋਈ ਮੰਗ ਕਰਦਾ ਇਹ ਦੇਸ਼ ਵਿਰੋਧੀ ਨਹੀਂ ਹੈਗਾ। ਲੇਕਿਨ ਦਵੱਲੀਆਂ ਗੱਲਾਂ ਦੇ ਵਿੱਚ ਇਹ ਗੱਲ ਜ਼ਰੂਰ ਹੋਈ ਹੈ ਕਿ ਉਹਨਾਂ ਤੇ ਨਜ਼ਰ ਰੱਖੀ ਜਾਵੇ। ਜੇਕਰ ਕੋਈ ਵਿਅਕਤੀ ਗੈਰ ਸਮਾਜਿਕ ਗੱਲਾਂ ਕਰਦਾ ਹੈ, ਕਾਨੂੰਨ ਤੋਂ ਬਾਹਰ ਜਾ ਕੇ ਗੱਲਾਂ ਕਰਦਾ ਹੈ, ਉਹ ਭਾਵੇਂ ਕਿਤੇ ਵੀ ਬੈਠਾ ਹੋਵੇ, ਉਹ ਠੀਕ ਨਹੀਂ। ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਹਮੇਸ਼ਾ ਕਾਇਮ ਰੱਖਣਾ ਹੈ, ਭਾਵੇਂ ਕਿਤੇ ਵੀ ਹੋਵੇ। ਬਰਤਾਨੀਆ ਨਾਲ ਭਾਰਤ ਦੇ ਪਹਿਲਾਂ ਵੀ ਸੰਬੰਧ ਵਧੀਆ ਨੇ, ਸੋ ਸਾਨੂੰ ਜੇ ਉਹਨਾਂ ਨੇ ਜੌਨਸਨ ਸਾਹਿਬ ਇੱਥੇ ਆਏ ਨੇ, ਉਹਨਾਂ ਦੇ ਆਉਣ ਦਾ ਭਾਰਤ ਨੇ ਪੂਰਾ ਫਾਇਦਾ ਉਠਾਇਆ। ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਇਹਦੇ ਤੋਂ ਉਮੀਦ ਕਰਨੀ ਚਾਹੀਦੀ ਹੈ ਕਿ ਦੋਹਾਂ ਦੇਸ਼ਾਂ ਦੇ ਜਿਹੜੇ ਸੰਬੰਧ ਨੇ ਉਹ ਹੋਰ ਮਜ਼ਬੂਤੀ ਵਾਲੇ ਹੋਣਗੇ। ਜੀ ਢਿੱਲੋਂ ਜੀ, ਦਿੱਲੀ ਪੁਲਿਸ ਦੇ ਹਲਫਨਾਮੇ ਤੋਂ ਸੁਪਰੀਮ ਕੋਰਟ ਖਫਾ, ਕਿਉਂਕਿ ਹਲਫਨਾਮੇ 'ਚ ਕਿਸੇ ਫਿਰਕੇ ਖਿਲਾਫ ਕੋਈ ਸ਼ਬਦ ਨਾ ਬੋਲੇ ਜਾਣ ਦਾ ਦਾਅਵਾ ਕੀਤਾ ਗਿਆ। ਇਹ ਜਿਹੜਾ ਹਲਫਨਾਮਾ ਦਿੱਲੀ ਪੁਲਿਸ ਨੇ ਜਾ ਕੇ ਦਿੱਤਾ ਹੈਗਾ, ਇਹ ਸੁਪਰੀਮ ਕੋਰਟ ਨੂੰ ਪਸੰਦ ਨਹੀਂ ਆਇਆ। ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਕਿਉਂ ਅਵੇਸਲਾਪਨ ਕੀਤਾ ਹੈਗਾ, ਔਰ ਇਹ ਡਰਾਫਟ ਕਿਹਨੇ ਕਰਾਇਆ, ਕਿਹੜੇ ਅਧਿਕਾਰੀ ਨੇ ਕਰਾਇਆ। ਇਹ ਦਿੱਲੀ ਪੁਲਿਸ ਵਾਸਤੇ ਕਾਫੀ ਨਮੋਸ਼ੀਜਨਕ ਹੈ ਜਿਹੜਾ ਇਹ ਐਫੀਡੈਵਿਟ ਉਹਨਾਂ ਨੇ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਹੈ। ਅਦਾਲਤਾਂ ਜਦੋਂ ਕਿਸੇ ਤੋਂ ਖਫਾ ਹੁੰਦੀਆਂ ਨੇ, ਉਹਦਾ ਇਹ ਹੁੰਦਾ ਹੈ ਕਿ ਉਹ ਅਧਿਕਾਰੀ ਉੱਥੋਂ ਦੀ ਪੁਲਿਸ ਆਪਦਾ ਸਹੀ ਕੰਮ ਨਹੀਂ ਕਰ ਰਹੀ। ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਆਮ ਤੌਰ ਤੇ ਪੁਲਿਸ ਜਿਹੜੀ ਆਜ਼ਾਦਾਨਾ ਹੋਣੀ ਚਾਹੀਦੀ ਸੀ, ਇਹ ਉਸੇ ਰੰਗ 'ਚ ਰੰਗੀ ਜਾਂਦੀ ਹੈ ਜਿਹੋ ਜੀ ਸਰਕਾਰ ਆ ਜਾਂਦੀ ਹੈ, ਭਾਵੇਂ ਕੋਈ ਵੀ ਰਾਜ ਹੋਵੇ। ਦਿੱਲੀ ਦੀ ਪੁਲਿਸ ਕੇਂਦਰ ਦੇ ਗ੍ਰਹਿ ਮੰਤਰੀ ਦੇ ਅਧੀਨ ਆਉਂਦੀ ਹੈ। ਇਸ ਕਰਕੇ ਇਹ ਗੱਲ ਦੋਸ਼ ਲੱਗਦਾ ਹੈ ਕਿ ਜਿਹੜਾ ਕੁਝ ਭਾਰਤੀ ਜਨਤਾ ਪਾਰਟੀ ਕਰਾਉਣਾ ਚਾਹੁੰਦੀ ਹੈ, ਤਾਂ ਦੂਜਿਆਂ ਵਿਰੋਧੀ ਤਰ੍ਹਾਂ ਇਹ ਇਲਜ਼ਾਮ ਲਾਉਂਦੀਆਂ ਨੇ ਕਿ ਦਿੱਲੀ ਪੁਲਿਸ ਦਾ ਭਗਮਾ ਕਰਨ ਹੋ ਗਿਆ ਹੈ। ਦਿੱਲੀ ਪੁਲਿਸ ਵਾਲੇ ਆਪਣੇ ਅਕਾਮਾਂ ਦੇ ਮੁਤਾਬਕ ਚੱਲਦੇ ਨੇ। ਇਸੇ ਕਰਕੇ ਜਿਹੜੀ ਸਖਤ ਟਿੱਪਣੀ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਕਰਨੀ ਪੈਗੀ ਹੈ। ਉਹਨਾਂ ਨੇ ਉਹ ਵਾਪਸ ਭੇਜਤਾ ਤੇ ਉਹਨਾਂ ਨੂੰ ਕਿਹਾ ਕਿ ਦੁਬਾਰਾ ਆ ਕੇ ਜਿਹੜਾ ਹੈਗਾ ਤੁਸੀਂ ਆਪਦਾ ਹਲਫੀਆ ਬਿਆਨ ਲੈ ਕੇ ਆਓ। ਇਹ ਕਈ ਘਟਨਾਵਾਂ ਦੇ ਵਿੱਚ ਅਸੀਂ ਦੇਖਿਆ ਕਿ ਉਹ ਹੁਕਮਰਾਨਾਂ ਦੇ ਮੁਤਾਬਕ ਚੱਲਦੇ ਆ। ਸ਼ਹੀਨ ਬਾਗ ਦੀ ਘਟਨਾ ਉਹਨਾਂ 'ਚੋਂ ਇੱਕ ਹੈ। ਹੁਣ ਵੀ ਜਿਹੜੀ ਜਹਾਂਗੀਰਪੁਰੀ ਦੇ ਵਿੱਚ ਇਹ ਘਟਨਾ ਵਾਪਰੀ ਹੈ, ਉਹਦੇ ਤੇ ਵੀ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ। ਪਰ ਅੱਜ ਇੱਕ ਸੁਖਾਵੀਂ ਖਬਰ ਛਪੀ ਹੈ ਜਹਾਂਗੀਰਪੁਰੀ ਦੇ ਮਾਮਲੇ ਦੇ ਵਿੱਚ ਕਿ ਜਹਾਂਗੀਰਪੁਰੀ ਦੇ ਵਿੱਚ ਹਿੰਦੂ ਤੇ ਮੁਸਲਮਾਨ ਜਿਹੜੇ ਨੇ ਉਹ ਬਿਲਕੁਲ ਇਕੱਠੇ ਹੋ ਕੇ ਗਲ ਬੱਕੜੀਆਂ ਪਾ ਕੇ ਮਿਲ ਰਹੇ ਨੇ ਕਿ ਆਪਾਂ ਪਹਿਲਾਂ ਵੀ ਇਕੱਠੇ ਰਹਿੰਦੇ ਸੀ, ਹੁਣ ਵੀ ਇਕੱਠੇ ਰਹਿੰਦੇ ਆ। ਤਾਂ ਦਿੱਲੀ ਪੁਲਿਸ ਦੇ ਡੀਸੀਪੀ ਨੇ ਰੰਗਰਾਣੀ ਤੇ ਉੱਥੋਂ ਦੇ ਜਿਹੜੇ ਕਮਿਸ਼ਨਰ ਨੇ SK ਅਸਥਾਨਾ ਸਾਹਿਬ, ਉਹ ਕਹਿੰਦੇ ਅਸੀਂ ਸਾਰਿਆਂ ਦੀ ਡਿਊਟੀ ਲਾਈ ਹੈ ਕਿ ਜਿਹੜਾ ਉੱਥੋਂ ਦਾ ਮੇਨ ਜਿਹਨੂੰ ਸਭ ਤੋਂ ਵੱਡਾ ਮੰਨਿਆ ਗਿਆ ਹੈਗਾ ਮਿਸਟਰ ਇਹਦਾ ਨਾਂ ਹੈਗਾ ਅੰਸਾਰ ਆ ਸ਼ਾਇਦ, ਉਹਦੇ ਤੋਂ ਉਹ ਕਹਿੰਦੇ ਆ ਕਿ ਇਹਦਾ ਨਾਂ ਹੈਗਾ ਜਿਹਨੂੰ ED ਨੂੰ ਜਾਣਕਾਰੀ ਦੇਤੀ ਆ, ਮਨੀ ਲਾਉਂਡਰਿੰਗ ਦਾ ਕੇਸ ਕੀਤਾ, ਹਾਂ ਮਿਸਟਰ ਅੰਸਾਰ।
ਇਹ ਮੁਸਲਮ ਬੰਦਾ ਹੈ। ਇਹਨੂੰ ਕਿਹਾ ਗਿਆ ਕਿ ਇਹਦੀ ਜਹਾਂਗੀਰਪੁਰੀ ਦੀ ਜਿਹੜੀ ਘਟਨਾ ਵਾਪਰੀ ਆ ਇਹਦਾ ਮੁੱਖ ਘਾੜਾ ਇਹ ਹੈ। ਲੇਕਿਨ ਜੇ ਦੋ ਫਿਰਕਿਆਂ ਦਾ, ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਇਕੱਠਾ ਹੋ ਕੇ ਚੱਲਣ ਦਾ ਪਰਨ ਲਿਆ ਹੈ, ਇਹ ਸਮਾਜ ਵਾਸਤੇ ਬਹੁਤ ਵਧੀਆ ਹੈ, ਬਹੁਤ ਚੰਗੀ ਗੱਲ ਹੈ। ਜਿਹੜੇ ਲੋਕ ਇਸ ਭਾਈਚਾਰਕ ਸਾਂਝ ਨੂੰ ਅੱਗ ਲਾਉਂਦੇ ਨੇ ਉਹ ਮਾੜੇ ਨੇ। ਅਨਸਾਰ ਦੀ ਕਿੰਨੀ ਕੁ ਜਾਇਦਾਦ ਦਾ ਜੋ ਹੈ ਉਹ ਤੁਸੀਂ ਜਿੱਥੋਂ ਮਰਜ਼ੀ ਪਤਾ ਕਰਦੇ ਫਿਰੋ। ਲੇਕਿਨ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਨੇ ਜਹਾਂਗੀਰਪੁਰੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਤਾਂ ਕਾਰੋਬਾਰ ਵੀ ਇਕੱਠੇ ਨੇ। ਸਾਹਮਣੇ ਦੁਕਾਨ ਮੁਸਲਮਾਨ ਦੀ ਹੈ, ਦੂਜੇ ਪਾਸੇ ਹਿੰਦੂ ਦੀ ਹੈ, ਖੱਬੇ ਪਾਸੇ ਮੁਸਲਮਾਨ ਹੈ, ਸੱਜੇ ਪਾਸੇ ਹਿੰਦੂ ਹੈ। ਇਸ ਕਰਕੇ ਉਹ ਕਹਿੰਦੇ ਵੀ ਆਪਾਂ ਤਾਂ ਗੁਆਂਢੀ ਹਾਂ, ਇਕੱਠੇ ਰਹਿਣਾ ਹੈ। ਤੇ ਜੇ ਇਕੱਠੇ ਰਹਿਣਾ ਤੇ ਫਿਰ ਇਸ ਤਰ੍ਹਾਂ ਦਾ ਕਿ ਸ਼ਰਾਰਤੀ ਅਨਸਰ ਤੇ ਜਿਹੜੇ ਸਿਆਸਤਦਾਨ ਹੁੰਦੇ ਆ ਨਾ, ਉਹ ਸਿਆਸੀ ਰੋਟੀਆਂ ਸੇਕਣ ਵਾਸਤੇ ਇਸ ਤਰ੍ਹਾਂ ਦੇ ਕਦਮ ਚੁਕਵਾ ਲੈਂਦੇ ਨੇ। ਪਰ ਇਹ ਜਿਹੜਾ ਕਦਮ ਜਿਹਦੇ ਵਿੱਚ ਪੁਲਿਸ ਦੀ ਭੂਮਿਕਾ ਵੀ ਕਹਿੰਦੇ ਆ ਕਿ ਕਾਫੀ ਚੰਗੀ ਨਜ਼ਰ ਆਈ ਹੈ, ਇਹ ਬਹੁਤ ਵਧੀਆ ਗੱਲ ਕੀਤੀ ਹੈ ਕਿ ਦੋਹਾਂ ਫਿਰਕਿਆਂ ਨੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਇਕੱਠੇ ਚੱਲਣ ਦਾ ਅਹਿਦ ਲਿਆ ਜੀ। ਢਿੱਲੋਂ ਜੀ, ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ਦੇ ਵਿੱਚ ਸ਼ਮੂਲੀਅਤ ਤੇ ਹਲੇ ਵੀ 705 ਲਗਾਤਾਰ ਬਰਕਰਾਰ ਹੈ ਤੇ ਕਾਂਗਰਸ ਦੀ ਵਿਸ਼ੇਸ਼ ਕਮੇਟੀ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ। ਉਹਨਾਂ ਨੇ ਅਧਿਕਾਰ ਸਾਰੇ ਸੋਨੀਆ ਗਾਂਧੀ ਨੂੰ ਦਿੱਤੇ ਨੇ ਜੀ। ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਉਹ 2014 ਦੇ ਵਿੱਚ ਨੀਤੀ ਘਾੜਾ ਸੀਗਾ ਨਰਿੰਦਰ ਮੋਦੀ ਸਾਹਿਬ ਦਾ। ਫਿਰ ਉਹ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਫੜ ਲਿਆਏ। ਬੀਬੀ ਮਮਤਾ ਬੈਨਰਜੀ ਦਾ ਵੀ ਨੀਤੀ ਘਾੜਾ ਉਹੀ ਸੀ। ਬਿਹਾਰ ਦੇ ਵਿੱਚ ਵੀ ਕਹਿੰਦੇ ਇੱਕ ਪਾਰਟੀ ਦੇ ਨਾਲ ਉਹ ਖੜਾ ਰਿਹਾ। ਹੁਣ ਉਹਨੇ ਕਾਂਗਰਸ 'ਚ ਜਾਣਾ ਹੈ। ਕਈ ਅਟਕਲਾਂ ਇਹ ਲਾਈਆਂ ਜਾ ਰਹੀਆਂ ਨੇ ਕਿ ਜਿਹੜਾ ਇਹ ਨੀਤੀ ਘਾੜਾ ਹੈਗਾ ਪ੍ਰਸ਼ਾਂਤ ਕਿਸ਼ੋਰ, ਕਿਤੇ ਇਹ ਤਾਂ ਨਹੀਂ ਹੈ ਕਿ ਦੂਜੀਆਂ ਪਾਰਟੀਆਂ ਵੱਲੋਂ ਜਾਂ ਨਰਿੰਦਰ ਮੋਦੀ ਸਾਹਿਬ ਵੱਲੋਂ ਕਾਂਗਰਸ ਦੇ ਵਿੱਚ ਵਾੜਿਆ ਜਾਵੇ ਕਿ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਸਲਾਹਾਂ ਦੇ ਦੇ ਕਿ ਤੀਜੀ ਵਾਰ ਕਾਂਗਰਸ ਦਾ 24 ਦੇ ਵਿੱਚ ਫੇਰ ਪੱਠਾ ਵਹਿ ਜਾਵੇ। ਇਸ ਕਰਕੇ ਉਹ ਸਾਰੇ 705 ਨੇ ਕਿ ਕਿਸੇ ਦੇ ਉੱਤੇ ਕੋਈ ਥਰਮਾਮੀਟਰ ਤਾਂ ਲਾਇਆ ਨਹੀਂ ਜਾਂਦਾ ਕਿ ਉਹਦੇ ਬਾਰੇ ਸਾਰਾ ਕੁਝ ਸੱਚ ਸਾਹਮਣੇ ਆ ਜਾਵੇ। ਮੈਨੂੰ ਬੜਾ ਵਧੀਆ ਲੱਗਿਆ ਕਿ ਯੂਨੀਵਰਸਿਟੀ ਦੇ ਬੱਚਿਆਂ ਨੇ ਅੱਜ ਇੱਕ ਨਾਟਕ ਖੇਡਿਆ, ਨਾਰਕੋ ਟੈਸਟ। ਇਸ ਤਰ੍ਹਾਂ ਦਾ ਤਾਂ ਕੋਈ ਅਜੇ ਤੱਕ ਬਣਿਆ ਨਹੀਂ ਕਿ ਬੰਦੇ ਬਾਰੇ ਪਤਾ ਲੱਗ ਜੇ ਬੰਦੇ ਦੇ ਅੰਦਰ ਕੀ ਹੈਗਾ। ਸੋ ਕਾਂਗਰਸੀ ਆਗੂ ਜਿਵੇਂ ਕਹਿੰਦੇ ਆ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਹੈ, ਇਹ ਕਾਂਗਰਸੀ ਆਗੂਆਂ ਨੂੰ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਕਿ ਕਿਤੇ ਇਹ ਕਦਮ ਦੀ ਸਲਾਹ ਅਸੀਂ ਦੇਤੀ ਉਹਦਾ ਨੁਕਸਾਨ ਨਾ ਹੋ ਜਾਵੇ। ਇਸ ਕਰਕੇ ਉਹ ਸਾਰੇ ਦਾ ਸਾਰਾ ਜਿਹੜਾ ਪ੍ਰਧਾਨ ਬੀਬੀ ਸੋਨੀਆ ਗਾਂਧੀ ਤੇ ਛੱਡ ਦਿੱਤਾ ਗਿਆ ਕਿ ਤੁਸੀਂ ਆਪ ਦਾ ਫੈਸਲਾ ਆਪ ਕਰ ਲਿਓ, ਪ੍ਰਸ਼ਾਂਤ ਕਿਸ਼ੋਰ ਨੂੰ ਨਾਲ ਰੱਖਣਾ ਹੈ, ਸ਼ਾਮਲ ਕਰਾਉਣਾ ਹੈ ਜਾਂ ਨਹੀਂ। ਜੀ। ਰਾਜਾ ਵੜਿੰਗ ਦੇ ਵੱਲੋਂ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਗਿਆ। ਉੱਥੇ ਦੇਖਿਆ ਜਾ ਰਿਹਾ ਕਿ ਸੀਬੀਆਈ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਟਾਰਗੇਟ ਕੀਤਾ, ਨਿਸ਼ਾਨਾ ਲਗਾਇਆ। ਉਹਨਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰਧਾਨਗੀ ਦਾ ਅਹੁਦਾ ਉਹ ਚੰਗੀ ਤਰੀਕੇ ਦੇ ਨਾਲ ਨਹੀਂ ਸੰਭਾਲਿਆ ਸੀ। ਜਿਹੜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਰਹੇ ਨੇ, ਮੇਰੇ ਖਿਆਲ ਸਭ ਤੋਂ ਘੱਟ ਸਮਾਂ ਪ੍ਰਧਾਨ ਇਹੀ ਰਹੇ ਹੋਣਗੇ। ਸਿੱਧੂ ਸਾਹਿਬ ਨੂੰ ਦੂਜਿਆਂ ਤੇ ਥੋੜੀ ਜਿਹੀ ਚਾਂਦਮਾਰੀ ਕਰਨ ਤੋਂ ਪਹਿਲਾਂ ਆਪ ਦਾ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਹੈ। ਮੈਂ ਹਰ ਵਾਰ ਕਹਿਣਾ ਕਿ ਉਹ ਇਮਾਨਦਾਰ ਹੈ, ਉਹਦੇ ਤੇ ਕੋਈ ਇਲਜ਼ਾਮ ਨਹੀਂ। ਕਿ ਇਹ ਜ਼ਰੂਰੀ ਹੁੰਦਾ ਵੀ ਇਕੱਲਾ ਬੰਦਾ ਆਪ ਇਮਾਨਦਾਰ ਹੋਵੇ? ਡਾਕਟਰ ਮਨਮੋਹਨ ਸਿੰਘ ਤੇ ਤੁਸੀਂ ਇੱਕ ਵੀ ਸਵਾਲ ਚੱਕ ਕੇ ਦਿਖਾਓ ਕਿ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਕੀਤਾ ਜਾ ਸਕਦਾ ਹੈ। ਪਰ ਦੂਜੇ ਦੋਏ ਹੱਥੀ ਲੱਗੇ ਰਹੇ, ਉਹ ਰੋਕ ਨਾ ਸਕੇ। ਨਵਜੋਤ ਸਿੰਘ ਸਿੱਧੂ ਨੂੰ ਸਾਰਿਆਂ ਨਾਲ ਆਡਾ ਲਾ ਲਿਆ। ਰਾਜਾ ਵੜਿੰਗ ਤਾਂ ਉਹਦਾ ਖਸਮ ਖਾਸ ਸੀ। ਜੇ ਉੱਥੇ ਅੱਧਾ ਘੰਟਾ ਹੋਰ ਬਹਿ ਜਾਂਦਾ, ਆ ਜਿਹੜੇ ਮੁੱਦੇ ਅੱਜ ਬਣੇ ਨੇ ਨਾ ਬਣਦੇ। ਇਹ ਸੁਰਿੰਦਰ ਸਿੰਘ ਸਿਵੀਆ ਨੇ ਸੰਗਰੂਰ ਵਾਲੇ ਜੀ, ਸੁਰਿੰਦਰਪਾਲ ਸਿੰਘ ਸਿਵੀਆ, ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੇ ਸਹੀ ਢੰਗ ਨਾਲ ਆਪਣਾ ਕੰਮ ਕੀਤਾ ਹੀ ਨਹੀਂ, ਆਪਣੀ ਪ੍ਰਧਾਨਗੀ ਚਲਾਈ ਉਹ ਨਹੀਂ। ਕੱਲ ਚੰਨੀ ਸਾਹਿਬ ਨੇ ਵੀ ਕਿਹਾ, ਕਹਿੰਦੇ ਮੈਂ ਜ਼ਿੰਮੇਵਾਰੀ ਲੈਣਾ ਕਿ ਮੈਂ ਮੁੱਖ ਮੰਤਰੀ ਸੀ, ਮੇਰੀ ਅਗਵਾਈ ਦੇ ਵਿੱਚ ਕਾਂਗਰਸ ਹਾਰੀ ਹੈ, ਉਹਦਾ ਜ਼ਿੰਮੇਵਾਰ ਮੈਂ ਹਾਂ। ਤੇ ਕਹਿੰਦੇ ਕੋਈ ਜ਼ਿੰਮੇਵਾਰੀ ਪ੍ਰਧਾਨ ਦੀ ਵੀ ਹੁੰਦੀ ਹੈ ਤੇ ਪ੍ਰਧਾਨ ਜੀ ਦੂਜਿਆਂ ਨੂੰ ਛੱਡੀ ਜਾਣ। ਨਾ ਮੁੱਖ ਮੰਤਰੀ ਉਸ ਵੇਲੇ ਦਾ ਤੇ ਨਾ ਪ੍ਰਧਾਨ, ਦੋਨੇ ਹਾਰ ਗਏ ਜੀ। ਸਿੱਧੂ ਸਾਹਿਬ ਨੇ ਤਾਂ ਪੰਜਾਬੀ ਦੀ ਕਹਾਵਤ ਆ ਕਿ ਆ ਬੈਲ ਮੁਝੇ ਮਾਰ, ਉਹਨੇ ਲਲਕਾਰਾ ਮਾਰ ਕੇ ਜੋ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਵਾਲੀ ਸੀਟ ਤੇ ਬੁਲਾਇਆ। ਹੋ ਸਕਦਾ
ਜੇ ਬਿਕਰਮ ਸਿੰਘ ਮਜੀਠੀਆ ਉੱਥੇ ਨਾ ਜਾਂਦਾ, ਸਿੱਧੂ ਵੀ ਜਿੱਤ ਜਾਂਦਾ, ਮਜੀਠੀਆ ਵੀ ਜਿੱਤ ਜਾਂਦਾ, ਦੋਨੇ ਵਿਧਾਨ ਸਭਾ 'ਚ ਬੈਠੇ ਹੁੰਦੇ। ਜੀ ਪਰ ਕਾਂਗਰਸ ਦਾ ਪ੍ਰਧਾਨ ਦੇ ਮੌਕੇ ਜਿਹੜਾ ਸਿਵੀਆ ਸਾਹਿਬ ਨੇ ਕਿਹਾ ਕਿ ਉਹ ਉਸ ਤਰ੍ਹਾਂ ਸੰਭਾਲ ਨਹੀਂ ਸਕੇ ਜਿਵੇਂ ਉਹਨਾਂ ਨੂੰ ਪਾਰਟੀ ਸੰਭਾਲਣੀ ਚਾਹੀਦੀ ਸੀ। ਅੱਜ ਉਹਨਾਂ ਨੇ ਕਿੱਥੇ ਜਾਣਾ ਹੈ? ਜਾਂ ਤਾਂ ਫਿਰ ਸਿੱਧੂ ਸਾਹਿਬ ਮੈਦਾਨ ਛੱਡ ਕੇ ਇਕੱਲੇ ਆ ਜਾਣ ਕਿ ਭਾਈ ਮੇਰੀ ਆਹ ਲਕੀਰਾਂ, ਆਹ ਮੇਰੇ ਅਸੂਲ ਨੇ, ਜਿਹੜੇ ਬੰਦੇ ਨੇ ਇਹਨਾਂ ਅਸੂਲਾਂ ਤੇ ਕੰਮ ਕਰਨਾ ਹੈ ਉਹ ਮੇਰੀ ਪਾਰਟੀ 'ਚ ਆਓ, ਨਹੀਂ ਤਾਂ ਨਾ ਆਓ। ਤੇ ਲੋਕ ਚਾਹੁੰਦੇ ਵੀ ਪੰਜਾਬ ਮਾਡਲ ਹੈ ਕਿ ਪੰਜਾਬ ਦਲ-ਦਲ ਚੋਂ ਨਿਕਲੇ। ਇਹ ਦਲ-ਦਲ ਚੋਂ ਤਾਂ ਹੀ ਨਿਕਲੇਗਾ ਜੇ ਪੰਜਾਬ ਦਾ ਕਿਸੇ ਇਹਦਾ ਖਜ਼ਾਨਾ ਭਰਿਆ ਜਾਵੇਗਾ। ਹਾਲੇ ਤੱਕ ਤਾਂ ਸਥਿਤੀ ਇਹ ਹੈ ਕਿ ਘਰ ਦਾਣੇ ਨਹੀਂ, ਮਾਂ ਸਾਡੀ ਪੀਣ ਗਈ ਵੀ ਹੈ। ਜੀ, ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਅਧਿਆਪਕਾਂ ਦੀ ਡਿਊਟੀ ਸਿਰਫ ਪੜ੍ਹਾਈ ਦੇ ਵਿੱਚ ਹੀ ਲੱਗੇਗੀ, ਪਰ ਦੂਸਰੇ ਪਾਸੇ ਦੇਖਿਆ ਜਾ ਰਿਹਾ ਕਿ NRI ਭਰਾਵਾਂ ਦਾ ਡਾਟਾ ਇਕੱਠਾ ਕਰਨ ਦੇ ਵਾਸਤੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ। ਇਹ ਅਜੇ 20 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਖੜ ਕੇ ਕਿ ਮੇਰੇ ਹੁੰਦਿਆਂ ਅਸੀਂ ਬਾਹਰੋਂ ਅਧਿਆਪਕ ਲੈ ਲਾਂਗੇ, ਕੋਈ ਬੰਦੇ ਹੋਰ ਲੈ ਲਾਂਗੇ, ਅਧਿਆਪਕਾਂ ਤੋਂ ਅਧਿਆਪਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ। ਇਹ 20 ਦਿਨਾਂ 'ਚ ਹੀ ਪਾਸਾ ਪਲਟ ਗਿਆ। ਇਹ ਬਿਆਨਬਾਜ਼ੀ ਸੀ ਜਾਂ ਇਹ ਤੇ ਅਮਲੀ ਜਾਮਾ ਵੀ ਪਹਿਨਾਉਣਾ ਸੀ? ਇਹਦੇ ਤੇ ਅਮਲੀ ਜਾਮਾ ਕਿਉਂ ਨਾ ਪਹਿਨਾਇਆ ਗਿਆ? ਇਹ ਤਾਂ 20 ਦਿਨਾਂ ਦੇ ਵਿੱਚ ਹੀ ਉਹ ਆਪਦੀ ਕਹੀ ਹੋਈ ਗੱਲ ਤੋਂ ਉਲਟ ਪਾਸੇ ਵੱਲ ਤੁਰ ਪਿਆ। 10 ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਚਿੱਠੀ ਲਿਖੀ ਗਈ ਹੈ ਸਹਾਇਕ ਡਾਇਰੈਕਟਰ ਵੱਲੋਂ ਕਿ ਜਿਹੜਾ NRI ਡਾਟਾ ਇਕੱਠਾ ਕਰਨਾ ਹੈ ਇਹ ਅਧਿਆਪਕਾਂ ਦੀ ਡਿਊਟੀ ਲਾਈ ਜਾਵੇ। ਇਹ ਜਿਹੜਾ ਵੀ ਕੋਈ ਕੰਮ ਆਉਂਦਾ ਹੈ, ਵੋਟਾਂ ਪਾਉਣੀਆਂ ਨੇ ਲਾ ਦਿਓ ਅਧਿਆਪਕਾਂ ਨੂੰ, ਵੋਟਾਂ ਬਣਾਉਣੀਆਂ ਨੇ ਲਾ ਦਿਓ ਅਧਿਆਪਕਾਂ ਨੂੰ, ਵੋਟਾਂ ਨਵੀਆਂ ਬਣਾਉਣੀਆਂ ਨੇ ਲਾ ਦਿਓ ਅਧਿਆਪਕਾਂ ਨੂੰ, ਵੋਟਾਂ ਕੱਟਣੀਆਂ ਨੇ ਲਾ ਦਿਓ ਅਧਿਆਪਕਾਂ ਨੂੰ, ਤੇ ਵੋਟਾਂ ਦੀ ਗਿਣਤੀ ਕਰਨੀ ਹੈ ਲਾ ਦਿਓ ਅਧਿਆਪਕਾਂ ਨੂੰ, ਭਾਵੇਂ ਉਹ ਪੰਚ ਹੋਣ, ਸਰਪੰਚ ਹੋਣ, ਨਗਰ ਕੌਂਸਲਰ ਹੋਣ ਜਾਂ ਕੋਈ ਹੋਰ ਹੋਣ। ਇਹ ਇੱਕੇ ਦਮ 20 ਦਿਨਾਂ ਦੇ ਬਾਅਦ ਹੀ ਭਗਵੰਤ ਸਿੰਘ ਮਾਨ ਸਾਹਿਬ ਦਾ ਪਲਟਾ ਕਿਉਂ ਵੱਜ ਗਿਆ? ਜਾਂ ਸਿੱਖਿਆ ਮੰਤਰੀ ਮੀਤ ਹੇਅਰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸੇ ਅਧਿਕਾਰੀ ਨੇ ਜਾਣਬੁੱਝ ਕੇ ਸਰਕਾਰ ਦਾ ਅਕਸ਼ ਖਰਾਬ ਕਰਨ ਖਾਤਰ ਤਾਂ ਨਹੀਂ ਇਹ ਸਾਰਾ ਕੁਝ ਛੱਡਿਆ। ਇਹਦੇ ਬਾਰੇ ਸਰਕਾਰ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਅੱਜ ਦੈਨਿਕ ਭਾਸਕਰ ਦੇ ਵਿੱਚ ਇਹ ਖਬਰ ਬੜੀ ਪ੍ਰਮੁੱਖਤਾ ਦੇ ਨਾਲ ਲਾਈ ਗਈ ਹੈ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਸਰਕਾਰਾਂ ਤੋਂ ਮੁਆਫੀ ਦੀ ਉਮੀਦ ਨੇ ਹੀ ਪੰਜਾਬ ਦੇ 71,000 ਕਿਸਾਨਾਂ ਨੂੰ ਡਿਫਾਲਟਰ ਬਣਾਇਆ। ਇਹ ਜਿਹੜੇ ਪਿੱਛੇ ਵਾਰੰਟ ਜਾਰੀ ਹੋਏ ਸੀ ਜੀ, ਇਹ ਉਹ ਮਾਮਲਾ ਲੈ ਕੇ ਆਇਆ ਹੈ ਕਿ 71,000 ਕਿਸਾਨ ਡਿਫਾਲਟਰ ਨੇ ਜਿਨ੍ਹਾਂ ਤੇ 4.5 ਲੱਖ ਰੁਪਇਆ ਪ੍ਰਤੀ ਕਿਸਾਨ ਕਰ ਜਾਏਗਾ। ਇਹ ਅੰਕੜਾ ਅੱਜ ਬਹੁਤ ਪ੍ਰਮੁੱਖਤਾ ਨਾਲ ਦਿੱਤਾ ਗਿਆ ਹੈ। ਕਿਸਾਨਾਂ ਦਾ ਇਹ ਕਰਜ਼ਾ, ਇਹ ਸਿਆਸੀ ਆਗੂਆਂ ਨੇ ਬਾਰ-ਬਾਰ ਕਿਹਾ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ, ਤੇ ਕਦੇ ਪਹਿਲਾਂ ਮੁੱਖ ਮੰਤਰੀ ਰਹੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਪੰਜਾਬ ਦਾ ਸੂਬਾ ਕਿਸ ਤਰ੍ਹਾਂ ਦਾ ਹੈਗਾ। ਕੈਪਟਨ ਸਾਹਿਬ ਨੇ ਮਾਫ ਕੀਤਾ ਤੇ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜਾ ਕੇ ਤੁਰਦੇ ਬਣੇ। 45,000 ਕਰੋੜ ਨਾ 4500 ਕਰੋੜ ਦੇ ਲਗਭਗ ਕਿਸਾਨਾਂ ਦਾ ਮਾਫ ਕੀਤਾ ਤੇ 1 ਲੱਖ ਕਰੋੜ ਹੋਰ ਚੜਾਤਾ ਸਿਰ ਤੇ। ਫਿਰ ਉਹ 4500 ਕਰੋੜ ਕਰਨ ਦਾ ਫਾਇਦਾ ਕੀ ਸੀ ਤੁਹਾਨੂੰ? ਸਿਰਫ ਵਾਹਵਾ ਕੱਟਣੀ ਸੀ ਫੋਕੀ, ਔਰ ਪਤਾ ਵੀ ਨਹੀਂ ਲੱਗਣ ਦਿੰਦੇ। ਉਦੋਂ ਕਿਸਾਨਾਂ ਨੇ ਜਕਾਰੇ ਛੱਡ ਤੇ ਪੂਰਾ ਜੋਸ਼ ਦੇ ਵਿੱਚ ਆ ਕੇ ਬਾਅਦ ਦੇ ਵਿੱਚ ਪਤਾ ਲੱਗੂਗਾ ਕਿ ਅਸੀਂ ਤਾਂ ਠੱਗੇ ਗਏ। ਜੇ ਤੁਹਾਨੂੰ ਸਥਿਤੀ ਅਸਲੀਅਤ ਪਤਾ ਹੋਵੇ ਤੇ ਤੁਸੀਂ ਵਾਅਦੇ ਕਰੀ ਜਾਓ, ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਜੀ ਜੀ ਢਿੱਲੋਂ ਜੀ, ਕੇਂਦਰ ਵੱਲੋਂ ਬਣਾਏ ਡੈਮ ਸੇਫਟੀ ਐਕਟ ਸੰਬੰਧੀ ਪੰਜਾਬ ਸਰਕਾਰ ਆਖਰ ਖਾਮੋਸ਼ ਕਿਉਂ ਹੈ? ਸਰਕਾਰ ਕੋਈ ਵੀ ਆਈ, ਜੀ ਅਕਾਲੀ ਦਲ ਦੀ ਸਰਕਾਰ ਇੱਥੇ ਰਹੀ 10 ਸਾਲ ਲਗਾਤਾਰ, ਉਦੋਂ ਪਹਿਲਾਂ 5 ਸਾਲ ਕੈਪਟਨ ਦੇ, 5 ਸਾਲ ਫੇਰ 4.5 ਸਾਲ ਕੈਪਟਨ ਦੇ, ਉਦੋਂ ਪਹਿਲਾਂ ਬਾਦਲ ਸਾਹਿਬ ਦੇ। ਕਿਸੇ ਨੇ ਇਹਨਾਂ ਡੈਮਾਂ ਵੱਲ ਧਿਆਨ ਨਹੀਂ ਦਿੱਤਾ ਤੇ ਸਰਕਾਰ ਨੇ ਰਾਜ ਸਭਾ ਦੇ ਵਿੱਚ ਦਸੰਬਰ 2021 ਚ ਮਤਾ ਬਿੱਲ ਪਾਸ ਕਰਾਤਾ। ਭਾਰਤ ਦੇ ਵਿੱਚ ਕੁਝ 5675 ਡੈਮ ਨੇ,
ਪਹਿਲਾਂ ਤਾਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਿਆਂ ਨੇ ਕਿਹਾ ਸੀ ਕਿ ਅਸੀਂ ਚੰਡੀਗੜ੍ਹ ਸਾਡਾ ਹੈ, ਆਹ ਲੰਗੜੀ ਸੂਬੀ ਬਣਾ ਲਈ, ਉਹਨਾਂ ਨੂੰ ਪੁੱਛਿਆ ਜਾਵੇ। ਉਹਨਾਂ ਨੇ ਇੱਕ ਇੱਕ ਕਰਕੇ ਦਫ਼ਤਰ ਬਾਹਰ ਕੱਢਤੇ। ਅਕਾਲੀ ਹੋਵੇ ਸਰਕਾਰ, ਅਕਾਲੀ ਭਾਜਪਾ ਇਕੱਠੀ, ਕਾਂਗਰਸ ਦੀ ਸਰਕਾਰ ਹੋਵੇ, ਇਹਨਾਂ ਨੇ ਚੰਡੀਗੜ੍ਹ ਤੇ ਭਾਖੜਾ ਡੈਮ ਦੇ ਉੱਤੇ ਆਪਣੇ ਬੰਦੇ ਭੇਜੇ ਕਿਉਂ ਨਹੀਂ? ਮੁਲਾਜ਼ਮ ਹੁਣ ਤੱਕ ਵੀ ਨਹੀਂ ਭੇਜੇ। ਪੰਜਾਬ ਨਾਲ ਅਨਿਆਂ ਕਮਾਇਆ ਤੇ ਅੱਜ ਵਾਲੇ ਵੀ ਉਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਰਕੇ ਕੇਂਦਰ ਸਰਕਾਰ ਜਿਹੜੇ ਰਾਜਾਂ ਦੇ ਅਧਿਕਾਰ ਸੀ, ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਸੰਵਿਧਾਨ ਬਣਿਆ, ਉਹਦੇ ਵਿੱਚ ਕੁਝ ਅਧਿਕਾਰ ਕੇਂਦਰ ਕੋਲ, ਕੁਝ ਰਾਜਾਂ ਤੱਕ ਰਾਖਵੇਂ ਕੀਤੇ ਗਏ। ਇਹਦੇ ਬਾਵਜੂਦ ਜਿਹੜਾ ਵੀ ਕੁਝ ਵਾਪਰਿਆ ਉਹ ਅੱਜ ਚੁੱਪ ਕਿਉਂ ਵੱਟੀ ਬੈਠੇ ਸਾਰੇ ਰਾਜਸੀ ਆਗੂ। ਇਹ ਡੈਮਾਂ ਦੀ ਸੁਰੱਖਿਆ ਦੇ ਮਾਮਲੇ 'ਚ ਡੈਮਾਂ ਦੀ ਸੁਰੱਖਿਆ ਉਹਨਾਂ ਨੇ ਲੈ ਲਈ, ਇਹ ਹੌਲੀ ਹੌਲੀ ਕੇਂਦਰ ਨੇ ਆਪਣੇ ਹੇਠਾਂ ਕਰ ਲੈਣਾ ਹੈ। ਤੇ ਰਾਜ ਆਪਣੇ ਅਧਿਕਾਰ ਛੱਡ ਕਿਉਂ ਰਹੇ ਨੇ ਇਹ ਸਿਆਸੀ ਆਗੂ? ਇਹ ਕਹਿੰਦੇ ਸੀ ਵੀ ਇਹ ਤਾਂ ਰਲੇ ਹੋਏ ਨੇ, 75-25 ਖੇਡਦੇ ਆ। ਭਗਵੰਤ ਸਿੰਘ ਮਾਨ ਵੀ ਕਹਿੰਦੇ ਹੁੰਦੇ ਸੀ। ਅੱਜ 40 ਦਿਨ ਦੇ ਕਰੀਬ ਉਹਨਾਂ ਦੀ ਸਰਕਾਰ ਨੂੰ ਹੋ ਗਏ ਨੇ, ਉਹ ਸ਼ਾਂਤ ਕਿਉਂ ਬੈਠੇ, ਉਹ ਚੁੱਪ ਕਿਉਂ ਬੈਠੇ ਹੈ? ਉਹਨਾਂ ਨੇ ਇਹ ਡੈਮਾਂ ਦੇ ਉੱਤੇ ਆਪ ਦਾ ਕਬਜ਼ਾ ਲੈਣ ਵਾਸਤੇ ਕੇਂਦਰ ਸਰਕਾਰ ਨਾਲ ਕਿਹੜੀ ਗੱਲ ਕੀਤੀ ਹੈ? ਇਹ ਸਾਰਾ ਤੁਹਾਡੇ ਸਾਹਮਣੇ ਹੈ। ਇਹ ਲੈਣਾ ਚਾਹੀਦਾ, ਲੈ ਨਹੀਂ ਰਹੇ। ਇਹਦੇ ਬਾਰੇ ਜਿਹੜਾ ਇਹਨਾਂ ਨੇ ਮੁੱਖ ਮੋੜਿਆ ਹੋਇਆ ਸਾਰੀਆਂ ਰਾਜਸੀ ਪਾਰਟੀਆਂ ਵਾਲਿਆਂ ਨੇ, ਨਾ ਲੋਕ ਸਭਾ ਦੇ ਵਿੱਚ ਇਹਦਾ ਕੋਈ ਮੁੱਦਾ ਉਠਾਇਆ ਕਿਸੇ ਨੇ। ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਇਸ ਵੇਲੇ ਕੇਂਦਰ ਦੇ ਵਿੱਚ ਕਾਂਗਰਸ ਦੇ ਜਿਹੜੇ ਨੇ ਲੋਕ ਸਭਾ ਦੇ ਵਿੱਚ MP ਜ਼ਿਆਦਾ ਨੇ, ਉਹਨਾਂ ਨੂੰ ਇਸ ਮਾਮਲੇ ਨੂੰ ਉਠਾਉਣ ਦੀ ਜ਼ਰੂਰਤ ਹੈ। ਤੇ ਜਿਨ੍ਹਾਂ ਦੀਆਂ ਸੀਟਾਂ 3 ਰਹਿ ਗਈਆਂ ਉਹ ਤਾਂ ਵਿਚਾਰੇ ਉਠਾਉਣ ਜੋਗੇ ਹੀ ਨਹੀਂ। ਚੰਗਾ ਇਹ ਹੈ ਕਿ ਜਿੰਨੇ ਵੀ ਪੰਜਾਬ ਦੇ MP ਨੇ, ਭਾਵੇਂ ਉਹ ਰਾਜ ਸਭਾ 'ਚ ਨੇ ਭਾਵੇਂ ਲੋਕ ਸਭਾ 'ਚ ਨੇ, ਅਕਾਲੀ ਦਲ ਦਾ ਹੈ, ਕਾਂਗਰਸ ਦਾ, ਆਪ ਦਾ ਹੈ, ਇਹ ਸਾਰੇ ਸਾਂਝੇ ਤੌਰ ਤੇ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਸਾਹਿਬ ਕੋਲੇ ਉਠਾਉਣ। ਜੀ ਢਿੱਲੋਂ ਜੀ, ਗੱਲ ਕੀਤੀ ਜਾਵੇ ਲਾਲੂ ਯਾਦਵ ਦੀ ਤਾਂ ਚਾਰਾ ਘਪਲੇ ਦੇ ਵਿੱਚ ਲਾਲੂ ਯਾਦਵ ਨੂੰ ਆਖਰੀ ਮਾਮਲੇ ਦੇ ਵਿੱਚ ਵੀ ਜ਼ਮਾਨਤ ਮਿਲੀ ਹੈ। ਜਿਹੜੇ ਪਹਿਲੇ ਕੇਸ ਉਹਨਾਂ ਤੇ ਦਰਜ ਸੀ ਉਹਦੇ 'ਚ ਪਹਿਲਾਂ ਹੀ ਜਿਹੜੀ ਅਦਾਲਤ ਹੈ, ਉੱਚ ਅਦਾਲਤ ਹੈ ਸ਼ਾਇਦ ਝਾਰਖੰਡ ਦੀ ਹੈ, ਉਹ ਉਹਨਾਂ ਨੂੰ ਬਰੀ ਕਰ ਚੁੱਕੀ ਹੈ। ਇਹ ਲਾਸਟ ਕੇਸ ਸੀਗਾ ਜਿਹਦੇ ਵਿੱਚ ਮਾਨਯੋਗ ਅਦਾਲਤ ਨੇ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਹੈ। ਹੁਣ ਲਾਲੂ ਪ੍ਰਸਾਦ ਯਾਦਵ ਮਤਲਬ ਜੇਲ੍ਹ 'ਚ ਨਹੀਂ ਜਾ ਸਕੇਗਾ, ਉਹ ਬਾਹਰ ਰਹਿਣਗੇ, ਪਰ ਕਾਇਦੇ ਕਾਨੂੰਨ ਤਹਿਤ ਰਹਿਣਗੇ। ਅਦਾਲਤ ਨੇ ਕੁਝ ਸ਼ਰਤਾਂ ਹੁੰਦੀਆਂ ਕਿ ਵਿਦੇਸ਼ ਜਾਣਾ ਹੈ, ਉਹਨਾਂ ਨੂੰ ਪੁੱਛ ਕੇ ਜਾਣਾ ਹੈ। ਕਈ ਵਾਰ ਆਮ ਤੌਰ ਤੇ ਅਦਾਲਤਾਂ ਚੱਲਦੇ ਕੇਸਾਂ ਦੇ ਵਿੱਚ ਪਾਸਪੋਰਟ ਵੀ ਆਪਣੇ ਕੋਲੇ ਜਮ੍ਹਾਂ ਕਰਵਾ ਲੈਂਦੀਆਂ ਨੇ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।